11th न्यूमेरिकल जो लिखा रेजिस्टिविटी कड्डो वायर दी लेंथ गिवन है 0.4 मिलीमीटर डायमीटर है ते रेजिस्टेंस ओदी 2 ओम है रेजिस्टिविटी फाइंड आउट करनी है ठीक है जी ते जेड़े जेड़े वेरिएबल है सीधा फार्मूला बना देना उन्होंने लेंथ वायर दी 1 मीटर गिवन है जे डायमीटर दिता होया ते एदा मतलब वायर दा अपने को रेडियस आ गया 0.2 into 10 raised to power -3 मीटर रेडियस आ जाएगा अगला वेरिएबल उन्होंने तेनु एसएच किया होगी रेजिस्टेंस 2 ओम आर थोड़े को 2 ओम ते वी नो दैट रेजिस्टेंस का फार्मूला आता है रो एल बाय ए क्लियर है सर आही लगाया सी पर आंसर नहीं है ए भी नहीं आता बेटा रो का फार्मूला आ गया आर ए बाय एल R into area of cross section जेड़ा होता ठीक है वो सर्कुलर आ जाता ठीक है ओदा फार्मूला अपने को जेड़ा area of cross section दा पाई r स्क्वायर ओवर l तीन चीज़ां चाहिए तिन्ने अपने क्वेश्चन च गिवन है किया अपने को क्वेश्चन के अंदर उन्होंने कहता है कि रो दी वैल्यू r आ गया 2 पाई दी वैल्यू 3.14 एरिया 0.2 into 10 raised to power -3 ਦਾ होल स्क्वायर ओवर लेंथ ਦੀ ਵੈਲਿਊ ਜਿਹੜੀ ਤੁਹਾਡੇ ਕੋਲ ਬਣ ਆ ਕੈਲਕੂਲੇਸ਼ਨ ਕਰ ਲਾ ਆਨਸਰ ਆ ਜਾਂਦਾ ਇਹ ਚ ਕੀ ਹੈਗਾ ओके सर ਅੱਛਾ ਸੁਣੋ ਜਿਹੜਾ 13th ਕੁਐਸਚਨ ਹੈਗਾ ਤੇ ਜਿਹੜਾ 14 ਹੈਗਾ ਬੇਟਾ ਇਹਨਾਂ ਨਾਲ ਰਿਲੇਟਡ ਕੁਝ ਫਾਰਮੂਲੇ ਦੱਸਣ ਲੱਗਿਆ ਫਾਰਮੂਲਾ ਦਿਮਾਗ 'ਚ ਰੱਖਿਓ ਤੇ ਡਾਇਰੈਕਟ ਲਗਾ ਸਕਦੇ ਜੇ ਕਿਸੇ ਵਾਇਰ ਨੂੰ ਆਪਾਂ ਸਟ੍ਰੈਚ ਕਰੀਏ ਬੇਟੇ ठीक है जे किसी वायर को ਆਪਾਂ स्ट्रेच करिए ठीक है ਤੇ ਉਹਦੀ ਸਟ੍ਰੈਚਿੰਗ ਦੇ ਅੰਦਰ ਉਹਦੀ ਲੈਂਥ ਜਿਹੜੀ ਉਹ ਚੇਂਜ ਹੋਵੇ ਠੀਕ ਹੈ ਤੇ ਜਦੋਂ ਉਹਦੀ ਲੈਂਥ ਚੇਂਜ ਹੁੰਦੀ ਆ ਤੇ ਉਹਦੇ ਲਈ ਇੱਕ ਜਨਰਲਾਈਜ਼ ਫਾਰਮੂਲਾ ਲੈ ਕੇ ਦੇਣ ਲੱਗਿਆ ਠੀਕ ਹੈ ਔਰ ਉਹ ਫਾਰਮੂਲਾ ਇਹ ਹੋਏਗਾ if length is stretched by n times ठीक है वायर की लेंथ से डबल कर दिए ट्रिपल कर दिए लेंथ n टाइम ओदी चेंज करना देन जेडी न्यू रेजिस्टेंस होएगी ओदा फार्मूला n स्क्वायर टाइम्स ओरिजिनल आ जाएगा मतलब लेंथ दे n टाइम ਵਧਣ ਨਾਲ ठीक है रेजिस्टेंस जेडी आ वो n स्क्वायर टाइम बढ़ जाती है क्या आ गल समझ लगी यस सर ये डायरेक्ट रिजल्ट लगा के थोड़े 13 14 जेडे क्वेश्चन ਦਾ ਸਿੱਧਾ ਆਨਸਰ ਵੀ ਬਣ ਜਾਂਦਾ ਬੇਟਾ ਇੱਕ ਵਾਰੀ ਦੱਸਣ ਲੱਗਿਆ ਹੋਇਆ ਕਿਦਾਂ ਆਪਾਂ ਆ ਕੇ ਦੇਖੀ ਰੈਜ਼ਿਸਟੈਂਸ ਦਾ ਫਾਰਮੂਲਾ ਹੁੰਦਾ ρ l by e ਜਦੋਂ ਅਸੀਂ ਕਹਿੰਦੇ ਜੇ ਅਸੀਂ ਕਿਸੇ ਵਾਇਰ ਨੂੰ ਸਟ੍ਰੈਚ ਕੀਤਾ ਤੇ ਉਹਦੀ ਲੈਂਥ ਮੈਂ n ਟਾਈਮ ਵਧਾਵਾਂਗਾ ਠੀਕ ਆ ਤੇ ਜੇ ਕੋਈ ਉਹਦੀ ਲੈਂਥ n ਟਾਈਮ ਵਧੇਗੀ ਤੇ ਉਹਦਾ ਏਰੀਆ ਆਫ ਕ੍ਰਾਸ ਸੈਕਸ਼ਨ ਜਿਹੜਾ ਵਾ ਉਹ ਘਟ ਜਾਣਾ ਮਤਲਬ ਜਦੋਂ ਤਾਰ ਨੂੰ ਖਿੱਚਾਂਗਾ ਤੇ ਜੇ ਉਹ ਲੰਬੀ ਹੋਏਗੀ ਤਾਂ ਪਤਲੀ ਵੀ ਹੋ ਜਾਣੀ ਇਹਦਾ ਮਤਲਬ ਹੈ ਜਿਹਦੇ ਉਹਦੀ ਲੈਂਥ ਨੂੰ ਅਸੀਂ ਲਈਏ ਠੀਕ ਹੈ ਇਹਦੀ ਲੈਂਥ ਮੇਰੀ ਚੇਂਜ ਹੋਈ ਆ ਤੇ ਜੇ l ਟਾਈਮ ਉਹਦੀ ਲੈਂਥ ਚੇਂਜ ਹੁੰਦੀ ਹੈ ਨਾ ਤੇ n ਟਾਈਮ ਉਹਦਾ ਏਰੀਆ ਆਫ ਕ੍ਰਾਸ ਸੈਕਸ਼ਨ ਵੀ ਚੇਂਜ ਹੁੰਦਾ ਲੈਂਥ n ਟਾਈਮ ਜੇ ਵਧੂਗੀ ਤੇ n ਟਾਈਮ ਏਰੀਆ ਆਫ ਕ੍ਰਾਸ ਸੈਕਸ਼ਨ ਘਟ ਜਾਂਦਾ ਕੀ ਆ ਗੱਲ ਸਮਝ ਲੱਗ ਰਹੀ यस सर यस सर ਇਸ ਕਰਕੇ ਜੇ ਆ ਟਰਮ ਇਕੁਅਲ ਆਪਾਂ ਨਵੀਂ ਰੈਜ਼ਿਸਟੈਂਸ ਲਿਖਣੀ ਹੋਵੇ ਵਾਇਰ ਦੀ ਸਟ੍ਰੈਚਿੰਗ ਦੇ ਨਾਲ ਜਾਂ ਵਾਇਰ ਦੇ ਲੈਂਥ ਏਰੀਆ ਦੇ ਚੇਂਜ ਕਰਨਾ ਰੈਜ਼ਿਸਟਿਵਿਟੀ ਤੇ ਕੋਈ ਚੇਂਜ ਨਹੀਂ ਆਉਂਦੀ ਇਹ ਰੋ ਹੀ ਰਹਿ ਜਾਣੀ ਤੇ ਜੇ ਲੈਂਥ ਤੁਸੀਂ n ਟਾਈਮ ਵਧਾਈ ਆ ਤੇ ਏਰੀਆ ਜਿਹੜਾ n ਟਾਈਮ ਘਟ ਜਾਣਾ ਠੀਕ ਆ ਤੇ ਓਵਰਆਲ ਜੇ ਇਹਦੇ ਨਾਲ ਨਵਾਂ ਰੈਜ਼ਿਸਟੈਂਸ ਦਾ ਫਾਰਮੂਲਾ ਲਿਖਾਂਗਾ ਤੇ ਉਹ n ਸਕੁਅਰ ਟਾਈਮ ρ l by a ਆ ਜਾਏਗਾ यानी n स्क्वायर टाइम्स का ओरिजिनल रेजिस्टेंस आ जाएगा क्या आप लिखिएगा यस सर यस सर ये आ गया जे लेंथ नु n टाइम इंक्रीज करते हो तो रेजिस्टेंस n स्क्वायर टाइम बढ़ रही है ते दूसरा आ जाएगा if area is changed by n times जे एरिया n टाइम चेंज करा ते फिर जेडी अपने को रेजिस्टेंस होएगी है ना वो 1/n स्क्वायर टाइम चेंज होगी मतलब जे मैं एरिया नु एज सच चेंज कराया वा
ਉਹਦੇ ਕਰਕੇ ਲੈਂਥ ਦੀ ਜਦੋਂ ਚੇਂਜ ਆਣੀ ਹੈ ਤੇ ਰੈਜ਼ਿਸਟੈਂਸ ਜਿਹੜੀ ਆ ਉਹ 1/n ਸਕੁਅਰ ਟਾਈਮ ਚੇਂਜ ਹੋਏਗੀ। ਠੀਕ ਆ, ਲੈਂਥ ਨਾਲ ਡਾਇਰੈਕਟ ਪ੍ਰੋਪੋਰਸ਼ਨਲ ਹੁੰਦਾ, ਲੈਂਥ ਨਾਲ ਡਾਇਰੈਕਟ ਪ੍ਰੋਪੋਰਸ਼ਨੈਲਿਟੀ ਆ, ਇਸ ਲਈ ਲੈਂਥ ਦੇ ਵਧਣ ਨਾਲ ਰੈਜ਼ਿਸਟੈਂਸ n ਸਕੁਅਰ ਟਾਈਮ ਵਧਣੀ ਆ। ਏਰੀਆ ਦੇ ਨਾਲ ਰੈਜ਼ਿਸਟੈਂਸ ਰੈਸਿਪਰੋਕਲ ਆ, ਏਰੀਆ n ਟਾਈਮ ਕਰਾਂਗਾ ਤਾਂ ਰੈਜ਼ਿਸਟੈਂਸ ਮੇਰੀ n ਸਕੁਅਰ ਟਾਈਮ ਘਟ ਜਾਣੀ ਆ। ਕਲੀਅਰ ਇੰਨੀ ਗੱਲ? Yes, sir. Yes, sir. ਤੀਜਾ ਤੇ ਲਾਸਟ ਇੱਕ ਹੋਰ ਫੈਕਟਰ ਆ ਜਾਏਗਾ, if radius is changed by n time। ਜੇ ਇਹਦੀ ਥਾਂ ਤੇ ਰੇਡੀਅਸ ਨੂੰ n ਟਾਈਮ ਚੇਂਜ ਕਰੀਏ ਹਨਾ, ਫਿਰ ਰੈਜ਼ਿਸਟੈਂਸ ਜਿਹੜੀ ਆ ਉਹ 1/n ਰੇਜ਼ ਟੂ ਪਾਵਰ 4 ਟਾਈਮ ਚੇਂਜ ਆਉਂਦੀ ਹੈ। ਰੈਜ਼ਿਸਟੈਂਸ ਨਾਲ ਵੀ ਮੇਰੇ ਕੋਲ ਰੈਸਿਪਰੋਕਲ ਰੈਜ਼ਿਸਟੈਂਸ ਏਰੀਆ ਨਾਲ ਜਿਹਦਾ ਰੈਸਿਪਰੋਕਲ ਆ, ਤੇ ਏਰੀਆ ਦੇ ਅੰਦਰ ਇਹਦਾ ਰੇਡੀਅਸ ਲੈ ਲਵਾਂ, ਏਰੀਆ ਪਾਈ r ਸਕੁਅਰ ਬਣਨਾ, ਤੇ ਜੇ ਏਰੀਆ ਦੇ ਨਾਲ 1/n ਸਕੁਅਰ ਆ ਤੇ r ਜਿਹੜਾ ਇਹਦਾ ਸਕੁਅਰ ਬਣਦਾ ਪਿਆ ਉਹਦੇ ਨਾਲ ਪਾਵਰ ਜਿਹੜੀ ਆ 1/n ਰੇਜ਼ ਟੂ ਪਾਵਰ 4 ਟਾਈਮ ਬਦਲ ਜਾਂਦੀ ਹੈ। क्या आ रिलेशन तेनों क्लियर है? Yes, sir. Yes, sir. यस सर। ये डायरेक्ट ਤੁਸੀਂ ऐसे कोई ऑब्जेक्टिव होवे तो ਤੁਸੀਂ ਉੱਤੇ ਸਿੱਧਾ ਲਗਾ ਕੇ ਫਾਰਮੂਲਾ ਆਨਸਰ ਲੈ ਸਕਦੇ ਹੋ ਬੇਟਾ। ਚਲੋ ਨੈਕਸਟ ਨੁਮੈਰੀਕਲ ਸੀਗਾ ਜਿਹੜਾ ਆਪਾਂ ਲਾਸਟ ਕੀਤਾ 15 ਆ ਜਾਏਗਾ। 15th numerical ਉਹਦੀ ਸਟੇਟਮੈਂਟ ਬੋਲ ਰਿਹਾ 15th given a copper wire is stretched, copper wire is stretched to make it 0.2% longer, length change ਕੀਤੀ ਹੈ ਤੇ ਕਹਿੰਦਾ ਜੀ what is the percentage change in its resistance। ਠੀਕ ਹੈ, length ਦੀ ਜਿਹੜੀ change ਹੈਗੀ ਆ, ਠੀਕ ਹੈ ਸਮਝੋ ਗੱਲ ਹੈ ਨਾ, ਇਹਨੂੰ ਕਰਨ ਦਾ ਇੱਕ ਮੈਥਡ ਹੋਰ ਹੋਏਗਾ। ਇੱਕ ਜਨਰਲ ਮੈਥਡ ਜਿਹੜਾ ਆਪਾਂ ਲਗਾਣੇ ਉਹ ਲਗਾ ਸਕਦੇ ਕਿ ओरिजिनल लेंथ L मान लवां, ओरिजिनल एरिया A ले लवां, ਤੇ ਜਦੋਂ ਲੈਂਥ ਨੂੰ ਅਸੀਂ ਐਸ ਚ ਨਵੀਂ ਲੈਂਥ ਨੂੰ 0.2% ਇਨਕਰੀਜ਼ ਕਰਕੇ ਲਿਖਾਂਗੇ, ਉਹਨਾਂ ਨਵਾਂ ਏਰੀਆ ਕੱਢ ਲਓ। ਠੀਕ ਹੈ, ਫਿਰ ओरिजिनल ਤੇ ਨਿਊ ਏਰੀਆ ਦੇ ਨਾਲ ਅਸੀਂ ਪਰਸੈਂਟੇਜ ਚੇਂਜ ਇਨ ਰੈਜ਼ਿਸਟੈਂਸ ਕੱਢਣੀ ਹੈ। ਤੇ ਪੁੱਤ ਇੱਕ ਚੀਜ਼ ਪਰਸੈਂਟੇਜ ਚੇਂਜ ਵਾਸਤੇ +1 ਚੋਂ ਲੈਣ ਲੱਗਿਆ, +1 ਚ ਯਾਦ ਹੋਵੇ ਤੇ ਆਪਾਂ ਐਸ ਚ ਫਸਟ ਯੂਨਿਟ ਐਰਰ ਵਾਲਾ ਚੈਪਟਰ ਜਦੋਂ ਕਰਦੇ ਸੀ ਉੱਥੇ ਪਰਸੈਂਟੇਜ ਚੇਂਜਸ ਦੇ ਨੂਮੈਰੀਕਲ ਕਰਦੇ ਸੀ, ਉੱਥੋਂ ਵਰਡ ਲੈਣ ਲੱਗਿਆ ਜੇ ਪਰਸੈਂਟੇਜ ਚੇਂਜ ਇਨ ਲੈਂਥ ਗਿਵਨ ਆ, ਜੇ ਪਰਸੈਂਟੇਜ ਚੇਂਜ ਇਨ ਲੈਂਥ ਗਿਵਨ ਆ ਡੈਲਟਾ L/L into 100%, ਇਸ ਸਾਰੇ ਦੀ ਵੈਲਿਊ 0.2% ਆ। क्या अगल समय लगी? Yes, sir. और अपन जो कैलकुलेट करना वो है अपने को डेल्टा R/R into 100%, ਇਹਦੀ ਵੈਲਿਊ ਕਿੰਨਾ ਜੀ ਕੈਲਕੂਲੇਟ ਕਰਨਾ ਤੇ ਆਪਾਂ ਹੁਣੇ ਕਹਿ ਕੇ ਹਟੇ ਆ ਆਹ ਵਾਲੇ ਰਿਲੇਸ਼ਨ ਦੇ ਅੰਦਰ ਕਿ ਜੇਕਰ ਮੇਰੇ ਕੋਲ ਐਸ ਸੱਚ ਲੈਂਥ n ਟਾਈਮ ਚੇਂਜ ਹੋਈ ਆ ਤੇ ਰੈਜ਼ਿਸਟੈਂਸ n ਸਕੁਅਰ ਟਾਈਮ ਚੇਂਜ ਹੋ ਜਾਂਦੀ, ਕਿ ਇੰਨੀ ਗੱਲ ਸਮਝ ਲੱਗਦੀ ਪਈ? Yes, sir. Yes, sir. ਸਮਝੀ ਚੱਲਿਓ, ਜਿਹੜੀ ਗਲਤੀ ਹੋਣੀ ਇੱਥੇ ਹੋਣੀ ਹੈ ਇਸ ਫਾਰਮੂਲੇ ਨੂੰ ਯੂਜ਼ ਕਰਨ ਲੱਗੇ, ਇਹਦੇ ਨਾਲ ਜੋ ਨਿਕਲ ਕੇ ਆਇਆ ਇਹ ਕਿਹੜਾ ਵੇਰੀਏਬਲ ਆਇਆ ਵਾ? New resistance. ਇਹ ਕੀ ਚੀਜ਼ ਆਈ ਆ? resistance ਨਵੀਂ ਰੈਜ਼ਿਸਟੈਂਸ ਆਈ ਹੈ ਨਾ। ਮੈਨੂੰ ਨੇ ਪਰਸੈਂਟੇਜ ਚੇਂਜ ਪੁੱਛੀ ਆ ਤੇ ਕਿਸੇ ਵੀ ਚੀਜ਼ ਦੀ ਪਰਸੈਂਟੇਜ ਚੇਂਜ ਹੁੰਦੀ ਹੈ ਚੇਂਜ ਇਨ ਵੈਲਿਊ ਓਵਰ ओरिजिनल ਵੈਲਿਊ ਇਨਟੂ sorry change in value over original value into 100%। ਇਹ ਗੱਲ ਸਮਝ ਲੱਗ ਰਹੀ? Yes, sir. Yes, sir. yes sir ਪਰਸੈਂਟੇਜ ਚੇਂਜ ਕੱਢਣੀ ਹੈ ਨਾ, ਤੇ ਪਰਸੈਂਟੇਜ ਚੇਂਜ ਲਈ ਜੇ +1 ਚ ਜਾਓ ਐਰਰ ਵਾਲੇ ਚੈਪਟਰ ਚ ਤੇ ਅਸੀਂ ਇਹ ਕਹਿੰਦੇ ਹੁੰਦੇ ਸੀ ਜਦੋਂ ਇਹਦੀ ਤੁਸੀਂ ਨਿਊ ਚੇਂਜ ਲਿਖਣੀ ਆ ਤੇ ਉਹਦਾ ਰਿਜ਼ਲਟ ਇਹ ਕਹੇਗਾ ਜਿੰਨੀ ਪਾਵਰ ਹੁੰਦੀ ਆ ਉਹ ਐਸ ਜਿਸ ਬੇਸ ਨਾਲ ਮਲਟੀਪਲਾਈ ਹੋ ਜਾਂਦੀ। ਪਤਾ ਜੋ ਬੋਲਦਾ ਪਿਆ? Yes, sir. यस सर। ਉਹ ਤੇ ਰਿਸਪੌਂਡ ਕਰਿਆ ਕਰੋ ਬੱਚੇ, ਫੇਰ ਹੀ ਕਰਾਉਣ ਦਾ ਫਾਇਦਾ ਹੈਗਾ। ਜਿਹਨੂੰ ਨਹੀਂ ਪਤਾ ਮੈਂ ਇੱਕ ਵਾਰ ਐਗਜ਼ਾਮਪਲ ਦੇ ਰਿਹਾ, ਮੰਨ ਲਓ ਆ ਮੈਂ ਕੋਈ ਨੂਮੈਰੀਕਲ ਆ x = a² b³ ਓਵਰ c√d, ਇਦਾਂ ਕਰਕੇ ਕੁਛ ਉਹਨੇ ਮੈਨੂੰ ਦਿੱਤੀ ਵੈਲਿਊ। ਉਹਨੇ ਮੈਨੂੰ ਕਿਹਾ a ਦੀ ਪਰਸੈਂਟੇਜ ਐਰਰ 2% ਆ, b ਦੀ ਪਰਸੈਂਟੇਜ ਐਰਰ 1% ਆ, a ਦੀ c a ਦੀ d ਦੀ ਐਰਰ ਦਿੱਤੀ ਹੋਈ ਆ। ਕਹਿੰਦਾ ਦੱਸੋ x ਦੇ ਵਿੱਚ ਕਿੰਨੇ ਪਰਸੈਂਟ ਐਰਰ?
ਤੇ ਜੇ ਮੈਂ x ਦੀ ਪਰਸੈਂਟੇਜ ਐਰਰ ਕੱਢਣੀ ਆ ਅਸੀਂ ਇਹ ਇਦਾਂ ਲਿਖਦੇ ਸੀ ਡੈਲਟਾ x/x 100% ਇਕੁਅਲ ਟੂ a ਦੀ ਪਰਸੈਂਟੇਜ ਐਰਰ ਆ ਗਈ ਡੈਲਟਾ a/a 100% और जितनी पावर होती है पावर नाल मल्टीप्लाई हो जाती है यानी इतने पावर नाल मल्टीप्लाई प्लस 3 टाइम डेल्टा b by b into 100% प्लस c और d की इतनी एरर देना क्या अगर समझ लगी yes sir. Yes, sir. Yes. चीज बोलदा पिया ए भी सेम वर्ड यूज करदा पिया कि जे ਅਸੀਂ परसेंटेज चेंज करनी आ ਤੇ ਆ ਰਿਜ਼ਲਟ ਮੈਨੂੰ ਕਹਿੰਦਾ ਕਿ ਵੀ ਨਿਊ ਰੈਜ਼ਿਸਟੈਂਸ n ਸਕੁਅਰ ਟਾਈਮ ਬਦਲੀ ਤੇ ਇਹਦਾ ਮਤਲਬ ਇਹ ਹੋ ਗਿਆ ਕਿ ਆਪਣੇ ਕੋਲ ਜੇਕਰ ਇੱਥੇ ਲਿਖੀਏ ਤੇ we know that delta r by r into 100% equal to 2 times delta l by l into 100% ठीक है l delta l by l into 100% ਦੀ ਵੈਲਿਊ ਗਿਵਨ ਆ ਉਹਦਾ 2 ਟਾਈਮ ਕਰਕੇ ਮੇਰੀ ਰੈਜ਼ਿਸਟੈਂਸ ਦੀ ਪਰਸੈਂਟੇਜ ਚੇਂਜ ਆ ਰਹੀ ਹੁਣ ਜੇ ਇਹਨੂੰ ਬਣਾਵਾਂਗੇ ਬਣਿਆ ਕਿਦਾਂ ਤੇ ਉਹਦੇ ਲਈ ਸਮਝਿਓ ਕਿ ਜੇ ਨੂੰ ਆਪਾਂ ਇਨ ਡੈਪਥ ਲੈ ਕੇ ਚੱਲੀਏ ਤੇ ਆਪਾਂ ਇਹ ਤੋਂ ਗੱਲ ਸ਼ੁਰੂ ਕਰਾਂਗੇ we know that r equal to rho l by a ਰੈਜ਼ਿਸਟੈਂਸ ਦਾ ਫਾਰਮੂਲਾ rho l by a ਆ ਗਿਆ ਤੇ ਜੇ ਮੈਂ ਐਸ ਸੱਚ ਇਸ ਫਾਰਮੂਲੇ ਦੇ ਅੰਦਰ ਮੇਨ ਡਿਪੈਂਡੈਂਸ ਸਿਰਫ ਲੈਂਥ ਤੇ ਦਿਖਾਣੀ ਆ ਹਨਾ ਤੇ ਅਸੀਂ ਏਰੀਆ ਦੀ ਵੈਲਿਊ ਨੂੰ ਲੈਂਥ ਦੀ ਫਾਰਮ ਚ ਕਨਵਰਟ ਕਰ ਲਾਂਗੇ ठीक है एरिया नु लेंथ दी फॉर्म च कन्वर्ट करने ਲਈ वर्ड ਇਦਾਂ ਲਵਾਂਗਾ ਕਿ ਜਿਹੜੀ ਇੱਕ ਵਾਇਰ ਦਾ ਪੀਸ ਮੇਰੇ ਕੋਲ ਗਿਵਨ ਆ ਉਹਦਾ ਮੈਨੂੰ ਮਾਸ ਪਤਾ ਵਾ ਠੀਕ ਹੈ ਉਸ ਵਾਇਰ ਦੀ ਮੈਨੂੰ ਡੈਂਸਿਟੀ ਪਤਾ ਵਾ ਤੇ ਜੇ ਮੈਂ ਵਾਇਰ ਦੇ ਏਰੀਆ ਨੂੰ ਹਨਾ ਮਾਸ ਤੇ ਡੈਂਸਿਟੀ ਨਾਲ ਕੋਰਿਲੇਟ ਕਰਾਂ ਤੇ ਵੀ ਕੈਨ ਰਾਈਟ we know that ਵਾਇਰ ਦਾ ਮਾਸ ਲਿਖਾਂ ਜਿਹੜਾ ਵੀ ਪੀਸ ਮੇਰੇ ਕੋਲ ਹੋਏਗਾ ਗਿਵਨ ਜਦੋਂ ਮੈਂ ਸਟ੍ਰੈਚ ਕੀਤਾ ਵਾ ਸਟ੍ਰੈਚ ਕਰਨ ਉਹਦੇ ਮਾਸ 'ਚ ਕੋਈ ਚੇਂਜ ਨਹੀਂ ਆ ਤੇ ਮਾਸ ਦਾ ਜਨਰਲ ਫਾਰਮੂਲਾ ਆ ਜਾਏਗਾ ਵੋਲਿਊਮ ਇਨਟੂ ਡੈਂਸਿਟੀ ਵਾਇਰ ਦੀ ਸ਼ੇਪ ਆਪਣੇ ਕੋਲ ਜਿਹੜੀ ਆ ਵਾਇਰ ਹਮੇਸ਼ਾ ਆਪਣੇ ਕੋਲ ਸਿਲੈਂਡਰੀਕਲ ਸ਼ੇਪ 'ਚ ਰਹਿੰਦੀ ਆ ਤੇ ਸਿਲੈਂਡਰ ਦਾ ਏਰੀਆ ਆਪਣੇ ਕੋਲ ਪਾਈ ਸਿਲੈਂਡਰ ਦਾ ਵੋਲਿਊਮ ਆਪਣੇ ਕੋਲ ਪਾਈ r ਸਕੁਅਰ l ਆ ਜਾਏਗਾ ਸਿਲੈਂਡਰ ਦਾ ਉਹ ਚ ਪਾਈ r ਸਕੁਅਰ ਏਰੀਆ ਵਾ यानी इनु में एरिया इनटू लेंथ इनटू डेंसिटी लिखना क्या आज समझ लगी Yes sir. Yes, sir. इनो जेकर मैं ਹੁਣ एरिया ਦੀ ਵੈਲਿਊ ਕੱਢ ਲਵਾਂ ਤੇ एरिया ਮੇਰਾ ਆ ਗਿਆ m/ld ਤੇ ਜੇ ਇਹਦੀ ਚੀਜ਼ ਨੂੰ ਚੈੱਕ ਕਰੋ ਤੇ ਆਪਣੇ ਕੋਲ ਇਹ ਆ ਗਿਆ ਮਾਸ ਆਫ ਦਾ ਵਾਇਰ ਸਟ੍ਰੈਚਿੰਗ ਚ ਕੋਈ ਉਹਨੂੰ ਫਰਕ ਨਹੀਂ ਪੈਣਾ ਡੈਂਸਿਟੀ ਨੂੰ ਕੋਈ ਫਰਕ ਨਹੀਂ ਪੈਣਾ एरिया मेरा लेंथ ਦੀ ਫਾਰਮ ਚ ਆ ਗਿਆ ਇਸ ਵੈਲਿਊ ਨੂੰ ਆਪਾਂ ਇੱਥੇ ਵਾਪਸ ਪੁੱਟ ਅਪ ਕਰ ਲਈਏ ਤੇ देयरफॉर ਸਾਡੇ ਕੋਲ ਰੈਜ਼ਿਸਟੈਂਸ ਦਾ ਫਾਰਮੂਲਾ rho l over m into l into d यानी rho l square by m into d ਆ ਗਿਆ ਹੁਣ ਰੈਜ਼ਿਸਟੈਂਸ ਜਿਹੜੀ ਚੀਜ਼ ਤੇ ਇਸ ਵੇਲੇ ਡਿਪੈਂਡ ਕਰਦੀ ਪਈ ਵਾਇਰ ਦੀ ਸਟ੍ਰੈਚਿੰਗ ਕਰਨ ਨਾਲ ਉਹਦੀ ਰੈਜ਼ਿਸਟਿਵਿਟੀ ਚੇਂਜ ਨਹੀਂ ਹੋਣੀ ਵਾਇਰ ਦੀ ਸਟ੍ਰੈਚਿੰਗ ਕਰਨ ਨਾਲ ਉਹਦੀ ਡੈਂਸਿਟੀ ਚੇਂਜ ਨਹੀਂ ਹੋਣੀ ਤੇ ਨਾ ਹੀ ਉਹਦਾ ਮਾਸ ਚੇਂਜ ਹੋਣਾ ਇਹਦਾ ਮਤਲਬ rho d ਤੇ m ਇੱਥੇ ਕਾਂਸਟੈਂਟ ਆ ਤੇ ਜੇ ਇਹਨੂੰ ਮੈਂ ਇਦਾਂ ਲਿਖ ਲਵਾਂ ਠੀਕ ਆ ਕਿ k ਦੀ ਫਾਰਮ ਚ ਫਿਰ k ਮੇਰਾ ਕਾਂਸਟੈਂਟ ਆ ਵੇਅਰ k ਮੇਰੇ ਕੋਲ ਜਿਹੜਾ ਉਹ ਸਾਰੀ ਕਾਂਸਟੈਂਟ ਟਰਮ ਨੂੰ ਮਿਲਾ ਕੇ ਬਣ ਗਿਆ ਇਹਦਾ ਮਤਲਬ ਰੈਜ਼ਿਸਟੈਂਸ l ਸਕੁਅਰ ਦੇ ਪ੍ਰੋਪੋਰਸ਼ਨਲ ਹੋਗੀ Yes sir. Yes, sir. Yes, sir. तेरी l स्क्वायर पे प्रोपोर्शनल हो गई तो देयरफॉर dr by r into 100% dr by r into 100% मतलब हो गया परसेंटेज चेंज इन रेजिस्टेंस इज इक्वल टू आ कांस्टेंट आ इच कोई चेंज नहीं ਇਹਦਾ ਮਤਲਬ l ਦੀ ਚੇਂਜ ਕਰਕੇ r ਚ ਚੇਂਜ ਆਈ ਹੈ ਇਸ ਲਈ ਇਹਨੂੰ ਆਪਾਂ ਲਿਖਣਾ ਹੋਵੇ ਤੇ we can write it is equal to dr by l into 100% और जितनी पावर है वो आगे नाल मल्टीप्लाई हो जाए क्या अगल क्लियर है yes sir Yes sir. Yes, sir. आपने को क्वेश्चन के अकॉर्डिंगली चलिए ते dr by l into 100% की वैल्यू दी हुई है आ सारी चीज की वैल्यू 0.02% है केवल ओवरऑल परसेंटेज चेंज जेडी है वो 0.04% आ जो Yes sir. यस सर ये दो ही हैगे बाकी हैगे कि नहीं सर वो परसेंटेज 0.02
2% दी है ना चेंज तो, दोबारा बोलो। परसेंटेज चेंज इन वायर इज इक्वल टू 0.2 दी थी ना। अच्छा 0.2 कर लो, वो तो जो गिवन होएगा वो लिख लांगे। 0.2 का केवल ओवरऑल अपने को 0.4% आ गया। ठीक है जी, सर बोलो जी। सर A इज इक्वल टू V बाय L भी लगा सकते, A इक्वल टू V बाय L, V बाय L B क्या? वॉल्यूम। दोबारा बोली। अच्छा वॉल्यूम आवर लिख ला, गलत नहीं हुई, लिख सकते हो बेटा। ओके क्लियर है न्यूमेरिकल, करा कंटिन्यू। Yes, sir. Yes, Yes, sir. sir. चलो नेक्स्ट न्यूमेरिकल 6 इंग्लिश स्टेटमेंट पढ़ो, मैं पूछना बेटा। हाँ जी 16 given a calculate electrical conductivity of a material। इदा मैं पुत्र कुछ न्यूमेरिकल जेडे फार्मूले वाले ਤੁਹਾਨੂੰ ਦੇਣ ਲੱਗਿਆ, ਇਸ ਅੱਗੇ 3-4 न्यूमेरिकल ਆ ਜਿਹੜੇ ਫਾਰਮੂਲਾ ਬੇਸਡ ਆ। 16th 17th 18th ਇਹ ਤਿੰਨੇ ਤੁਸੀਂ ਟਰਾਈ ਕਰਨੇ ਆ, ਠੀਕ ਆ। ਮੈਂ ਜਿਹੜੇ ਉਸ ਤੋਂ ਅੱਗੇ ਮੇਨ ਚੱਲਣੇ ਉਹ ਸ਼ੁਰੂ ਕਰਨ ਲੱਗਿਆ। ਇਹ ਸਿਰਫ ਤਿੰਨੇ न्यूमेरिकल ਕੰਡਕਟੈਂਸ ਵਾਲੇ ਫਾਰਮੂਲੇ ਦੇ ਨਾਲ ਰਿਲੇਟ ਹੋ ਕੇ ਸਿੱਧੇ ਸਿੱਧੇ ਆਨਸਰ ਆਣੇ, ਠੀਕ ਆ। 16 17 18 ਤੁਸੀਂ ਕਰੋਗੇ, ਆਪਾਂ 19 ਤੋਂ ਸ਼ੁਰੂ ਕਰਨ ਲੱਗੇ ਆ। 19th हैगा a conductor has a cross section of 15 centimeter square and specific resistance of 7.6 micro ohm centimeter at 0 degree Celsius. If temperature coefficient of resistance of the material is 0.005 per degree Celsius, then estimate its resistance in ohm per 2 kilometer when temperature is 50 degree। पहले एक बार गल समझियो ध्यान ना, अब टॉपिक पढ़िया वेरिएशन ऑफ रेजिस्टेंस विद टेंपरेचर, ठीक है। जिहदा फार्मूला अपने को आया सी RT equal to R naught into 1 plus alpha into T minus 0। क्या फार्मूला क्लियर है जो लिखा? Yes, sir. So, अल्फा का एक फार्मूला पर बनाया सी, अल्फा आया सी R2 minus R1 over R1 into T2 minus T1। क्लियर है ना? Yes, sir. Yes, sir. yes. sir. अपन इना फार्मूले की लोड पैगी। दोबारा बोल रहे हैं क्वेश्चन, उन्हें अपन क्वेश्चन ये क्या हुआ, a conductor has a cross section of 15 centimeter square and a specific resistance of 7.6 micro ohms centimeter at 0 degree Celsius। इनिशियल टेंपरेचर इस क्वेश्चन के अंदर जेटा गिवन है, यानी T1 अपने को 0 डिग्री सेल्सियस गिवन है, और इस टेंपरेचर पे ਤੁਹਾਡੇ ਕੋਲ वायर ਦਾ एरिया ऑफ क्रॉस सेक्शन, एरिया ऑफ क्रॉस सेक्शन गिवन है 15 into 10 raised to power -4 मीटर स्क्वायर। एरिया ऑफ क्रॉस सेक्शन आ गया। स्पेसिफिक रेजिस्टेंस की वैल्यू 7.6, अगे वर्ड यूज हुए ने माइक्रो ओम, ठीक है। माइक्रो नो एसएच कन्वर्ट कर लो इनटू 10 रेज़ टू पावर -6 ओम, है ना। देखो तो यूनिट नालों नाल ही बनाना पिया, नाल लग गया सेंटीमीटर, सेंटीमीटर दे मीटर बना दिए, इनटू आ गया 10 रेज़ टू पावर -2 मीटर। क्या ये निकल क्लियर है? Yes, sir. Yes, sir. Yes, sir. Yes, sir. उन्हें अपने क्वेश्चन ये किया कि कंडक्टर दा क्रॉस सेक्शनल एरिया तो दी स्पेसिफिक रेजिस्टेंस 0 ते गिवन है। इफ टेंपरेचर कोएफिशिएंट ऑफ रेजिस्टेंस ऑफ द मटेरियल यानी अल्फा, अल्फा दी वैल्यू अपने क्वेश्चन में गिवन है 0.005 पर डिग्री सेल्सियस। ते उस तो बाद उन्हें कहा जी कैलकुलेट इट्स रेजिस्टेंस इन ओम, रेजिस्टेंस कढनी है पर 2 किलोमीटर, यानी वायर दी लेंथ गिवन होगी, वायर की लेंथ अपने को 2 into 10 raised to power 3 मीटर, 2 किलोमीटर लंबी वायर गिवन है। एदी रेजिस्टेंस कटो
ठीक है जी व्हेन टेंपरेचर इज 50 डिग्री यानी ਜਿਹੜਾ ਫਾਈਨਲ ਟੈਂਪਰੇਚਰ ਆ ਉਹ ਆਪਣੇ ਕੋਲ 50 ਡਿਗਰੀ ਆ ਗਿਆ ठीक है तो 50 डिग्री टेंपरेचर पे रेजिस्टेंस ਕੱਢਣੀ ਆ क्या वेरिएबल सारे समझ लगे ਜਿਹੜੀ 50 डिग्री ਤੇ रेजिस्टेंस ਕੱਢਣੀ ਉਹਨੂੰ R50 ਸਿੰਬਲ ਦੇ ਲਿਆ क्या इतना क्लियर है Yes, sir. Yes, sir. केड़ा फार्मूला लगा दिए केड़ा फार्मूला लगा दिए RT is equals to R naught 1 plus alpha T. ਤੁਹਾਡੇ ਕੋਲ ਜਦੋਂ ਫਾਰਮੂਲਾ ਪੁੱਛਣਾ ਨਾ ਉਹ ਇਸ ਲਈ ਪੁੱਛਦੇ ਆ ਕਿ ਵੀ ਤੁਸੀਂ ਫਾਰਮੂਲਾ ਬੋਲਿਆ ਕਰੋ ਤੁਹਾਨੂੰ ਫਾਰਮੂਲਾ ਜਿਹੜਾ ਉਹ ਦਿਮਾਗ 'ਚ ਬੈਠੇਗਾ ठीक है ਤੁਸੀਂ ਬਿਲਕੁਲ ਹੋਂਗੇ ਵਾਂਝਨ ਲਿਖਿਆ ਮੈਨੂੰ ਵੀ ਦਿਖਦਾ ਸਾਹਮਣੇ ਪਿਆ ਵਾ ਫਾਰਮੂਲਾ ਪਰ ਬੋਲਿਆ ਕਰੋ ਤੁਸੀਂ ਜ਼ਿਆਦਾ ਵਧੀਆ ਰਹੂਗਾ ਤੁਹਾਡੇ ਲਈ ਆਪਣੇ ਕੋਲ ਜਿਹੜਾ ਰੈਜ਼ਿਸਟੈਂਸ ਦਾ ਫਾਰਮੂਲਾ ਆ ਜਾਏਗਾ resistance at 50 degree equal to second temperature अपने को ਜਿਹੜਾ ਇੱਥੇ given ਹੈਗਾ ਉਹ 0 डिग्री है बेटा इसलिए पहला फार्मूला अपना बन जाना r naught into 1 plus alpha into 50 minus 0 clear है Yes, sir. Yes. Yes, sir. ध्यान रखियो ਇੱਥੇ ਚੇਂਜ ਇਨ ਟੈਂਪਰੇਚਰ ਆ ਆਪਣਾ ਟੈਂਪਰੇਚਰ ਨਾਰਮਲੀ ਆਪਾਂ ਕੈਲਵਿਨ ਚ ਲੈਣਾ ਵਾ ठीक है ਤੇ ਇੱਥੇ ਤੁਹਾਡੇ ਕੋਲ ਨਾਰਮਲ ਕੀ ਹੈ ਕਿ ਵੀ ਜੇਕਰ ਮੈਂ ਚੇਂਜ ਇਨ ਟੈਂਪਰੇਚਰ ਘਟਾਂਗਾ ਹਨਾ 0 ਡਿਗਰੀ ਸੈਲਸੀਅਸ ਨੂੰ ਕੈਲਵਿਨ ਚ ਬਦਲ ਲਵਾਂ 50 ਡਿਗਰੀ ਸੈਲਸੀਅਸ ਨੂੰ ਕੈਲਵਿਨ ਚ ਬਦਲ ਲਵਾਂ ਤੇ ਜਦੋਂ ਦੋਨਾਂ ਦਾ ਡਿਫਰੈਂਸ ਘਟਾਂਗਾ ਡਿਫਰੈਂਸ ਉਹੀ ਆ ਜਾਣਾ क्योंकि HV 273 प्लस होए HV 273 प्लस होए वो विचों कॉमन फैक्टर काट दियो इसलिए ये मेरे को डिफरेंस इन टेंपरेचर होई होएगा जे इंडिविजुअल टेंपरेचर किते चाहिदा होया वो केल्विन च पहलो कन्वर्ट करूंगी गल समझ लगी Yes, sir. Yes, sir. Yes, sir. Yes, sir. मुझे मैं अप्लाई करना इस रिलेशन को अप्लाई करने वास्ते R नॉट है नहीं R नॉट दी थां ते उन्हें क्वेश्चन च एक रो दिता 0 डिग्री ते ठीक है एक एरिया भी दसया होया ते लेंथ ऑफ वायर सानू पता ये मतलब r नॉट दी जगह ते इथे अपने को जेड़ा फार्मूला बन गया r नॉट इक्वल टू रो l बाय a यानी r दा जनरल फार्मूला रो l बाय a वो अप्लाई कर लो ते देयरफॉर अपने को r50 वास्ते फार्मूला आ गया रो l बाय a इनटू 1 प्लस अल्फा इनटू 50 आप फार्मूला अप्लाई कर दो ठीक है जी तो अपने को रेजिस्टेंस एट 50 डिग्री सेल्सियस कैलकुलेट हो जाएगी क्या क्लियर है Yes, sir. Yes, Yes, sir. yes, sir. Yes, sir. चलो 20th numerical resistance of tungsten filament at 150 degree celsius is 133 ohm दो चीज़ां ਉਹਨੇ ਕਿਹਾ ਜੀ ਰੈਜ਼ਿਸਟੈਂਸ ਦੀ ਵੈਲਿਊ 133 ਓਮ ਆਏਗੀ ਜਦੋਂ ਟੈਂਪਰੇਚਰ 150 ਡਿਗਰੀ ਸੈਲਸੀਅਸ ਆ ਠੀਕ ਹੈ what will be its resistance at 500 ਡਿਗਰੀ ਸੈਲਸੀਅਸ ਯਾਨੀ ਜਿਹੜੇ ਪੁੱਤ ਆਪਣੇ ਕੋਲ ਕੰਡੀਸ਼ਨ ਗਿਵਨ ਆ ਉਹ ਚੋਂ ਨੇ ਕਿਹਾ ਜੀ ਰੈਜ਼ਿਸਟੈਂਸ ਤੁਹਾਡੇ ਕੋਲ 133 ਓਮ ਦੀ ਵੈਲਿਊ ਆ ਟੈਂਪਰੇਚਰ ਉਦੋਂ 150 ਸੀਗਾ ਵਾਇਰ ਦਾ ਜੇ ਵਾਇਰ ਦਾ ਟੈਂਪਰੇਚਰ 500 ਡਿਗਰੀ ਸੈਲਸੀਅਸ ਹੋ ਗਿਆ ਹਨਾ फिर ओदी रेजिस्टेंस कितनी आगे की गिवन है टेंपरेचर कोएफिशिएंट ऑफ रेजिस्टेंस ऑफ टंगस्टन इज 0.0045 पर डिग्री सेल्सियस एट 0 डिग्री सेल्सियस आ लाइन दा मतलब आ ਜਦੋਂ ਵੀ ਅਲਫਾ ਮੇਰੇ ਕੋਲ 0 ਡਿਗਰੀ ਹੁਣ ਆਪਾਂ ਜਿਹੜਾ ਫਾਰਮੂਲਾ ਸੋਚੀ ਮੈਂ ਇੱਕ ਵਾਰੀ ਤੁਹਾਨੂੰ ਦੱਸਦਾ ਠੀਕ ਹੈ ਇਸ ਨੂਮੈਰਿਕਲ 'ਚ ਜਿਹੜੀ ਚੀਜ਼ ਮੇਨ ਆਏਗੀ ਰੈਜ਼ਿਸਟੈਂਸ ਐਟ 150 ਡਿਗਰੀ ਸੈਲਸੀਅਸ ਜਿਹੜੀ ਪਹਿਲੀ ਰੈਜ਼ਿਸਟੈਂਸ ਨੂੰ R1 R2 ਕਰਕੇ ਸਿੰਬਲ ਨਹੀਂ ਦੇ ਰਿਹਾ ਆਪਾਂ ਸਿੰਬਲ ਟੈਂਪਰੇਚਰ ਦੇ ਹਿਸਾਬ ਨਾਲ ਲਿਖ ਰਿਹਾ R 150 ਡਿਗਰੀ ਦੀ ਵੈਲਿਊ 133 ਓਮ ਆ ਤੇ R 500 ਤੁਸੀਂ ਫਾਈਂਡ ਆਊਟ ਕਰਨਾ ਇਨੀਸ਼ੀਅਲ ਟੈਂਪਰੇਚਰ ਆਪਣਾ ਜਿਹੜਾ ਵਾ ਉਹ ਐਸਐਚ 150 ਡਿਗਰੀ ਸੈਲਸੀਅਸ ਗਿਵਨ ਆ ਠੀਕ ਆ ਫਾਈਨਲ ਟੈਂਪਰੇਚਰ ਆਪਣੇ ਕੋਲ ਜਿਹੜਾ ਉਹ 500 ਡਿਗਰੀ ਸੈਲਸੀਅਸ ਗਿਵਨ ਆ ਕਿ ਆ ਗੱਲ ਕਲੀਅਰ ਆ Yes, sir. Yes, Yes, sir. sir. Yes, sir. Yes, sir. ਜਦੋਂ ਔਰ ਇਹਦੇ ਨਾਲ ਮੈਨੂੰ ਅਲਫਾ ਗਿਵਨ ਅਲਫਾ ਦੀ ਵੈਲਿਊ 0.0045 ਪਰ ਡਿਗਰੀ ਸੈਲਸੀਅਸ ਆ ਹੁਣ ਪੁੱਤ ਅਲਫਾ ਦਾ ਜਿਵੇਂ ਆ ਫਾਰਮੂਲਾ ਲਾਇਆ ਨਾ ਇਹ ਮੇਰਾ ਗਲਤ ਹੋ ਜਾਣਾ ਆ ਗਲਤ ਹੋ ਜਾਣਾ ਕਿਉਂ ਅਲਫਾ ਜੇ ਆ ਯੂਜ਼ ਕਰਨਾ ਤੇ ਇਹਦੇ ਲਈ ਦੋਨੋਂ ਰੈਜ਼ਿਸਟੈਂਸ ਜਿਹੜੀਆਂ ਨੇ ਉਹਨਾਂ ਚ R1 ਜਿਹੜੀ ਉਹ 0 ਡਿਗਰੀ ਤੇ ਡਿਫਾਈਨਡ ਚਾਹੀਦੀ ਹੈ
जबकि अपने क्वेश्चन के अंदर उन्हें यह कहा कि जी एक रेजिस्टेंस 150 ते डिफाइंड है, एक रेजिस्टेंस 500 ते डिफाइंड। ਇਹਦਾ मतलब मेरे को ਜਿਹੜਾ एसएच नाल ਉਹਨੇ वेरिएबल ले लिया, ਉਹ ਕਹਿੰਦਾ अल्फा ਦੀ वैल्यू 0 डिग्री सेल्सियस ਲਈ डिफाइंड है। ਇਹਦਾ मतलब है एक 0 डिग्री सेल्सियस टेंपरेचर नाल इन्वॉल्व होएगा। सो तीन टेंपरेचर आ गए, एक 0 डिग्री सेल्सियस, एक 150 डिग्री सेल्सियस ते एक 500 डिग्री सेल्सियस। क्या आ गल समझ लगी? Yes, sir. ਤੇ ਇਹਨਾਂ ਨੂੰ ਜਦੋਂ ਆਪਸ ਲਿੰਕ ਕਰਨਾ ਨਾ ਤੇ ਆਪਣਾ ਰਿਲੇਸ਼ਨ ਜਿਹੜਾ ਹੋਏਗਾ ਉਹ ਇਹ ਆ ਜਾਏਗਾ RT equal to R0 into 1 plus alpha into T minus 0। ठीक है, इस इक्वेशन ਨੂੰ ਇੱਕ ਵਾਰੀ ਤੁਸੀਂ 0 ਤੇ 150 ਨਾਲ, ਇੱਕ ਵਾਰੀ ਇਸ ਇਕੁਏਸ਼ਨ ਨੂੰ ਤੁਸੀਂ 0 ਤੇ 500 ਨਾਲ ਕੋਰਿਲੇਟ ਕਰੋਗੇ। ਇਹਦੇ ਅਕੋਰਡਿੰਗਲੀ ਜੇ ਲਿਖੀਏ ਤੇ ਆਪਣੀ ਕੰਡੀਸ਼ਨ ਆ ਜਾਊਗੀ R150 equal to R0 into 1 plus alpha into 150 minus 0। ਇਹਦੇ ਵਿੱਚ ਵੈਲਿਊ ਭਰ ਦਿਓ। R150 ਦੀ ਵੈਲਿਊ ਸਾਡੇ ਕੋਲ 133। ਇੱਕ ਚ ਇਕੁਏਸ਼ਨ ਲਿਖ ਕੇ ਦਿਖਾਤੀ, ਦੂਜੀ R500 ਸਿੱਧੀ ਲਗਾ ਲਾਂਗੇ। 133 equal to R0, R0 ਸਾਡਾ ਅਨਨੋਨ ਵੇਰੀਏਬਲ ਆ, ਨਹੀਂ ਦਿੱਤਾ ਹੋਇਆ ਕੁਐਸਚਨ ਚ, into 1 plus alpha ਦੀ ਵੈਲਿਊ 0.0045 into 150। ਇਹ ਮੇਰੀ ਇਕੁਏਸ਼ਨ 150 ਤੇ 0 ਨੂੰ ਕੋਰਿਲੇਟ ਕਰ ਗਈ। दूसरी इक्वेशन R500, ठीक है, R500 ਜਿਹੜੀ ਤੁਸੀਂ ਫਾਈਂਡ ਆਊਟ ਕਰਨੀ ਹੈ, ਯਾਨੀ ਆ ਚੀਜ਼ ਨੂੰ ਆਪਾਂ ਜੇ ਡਿਫਾਈਨ ਕਰੀਏ ਇਹ ਇਦਾਂ ਹੀ R500 ਰਹਿਣ ਦਿਓ equal to R0 into 1 plus alpha ਦੀ ਵੈਲਿਊ 0.045 into 500। क्या ਇਹਦੀ ਗੱਲ ਸਮਝ ਲੱਗੀ? Yes, sir. Yes, sir. ਹੁਣ ਆਪਣੇ ਕੋਲ ਦੋ ਇਕੁਏਸ਼ਨਾਂ ਬਣ ਗਈਆਂ। ਇਹ ਚ ਟੋਟਲ ਅਨਨੋਨ ਵੇਰੀਏਬਲ ਕਿਹੜਾ ਕਿਹੜਾ ਵਾ? R0 and R500। R0 ਤੇ R500 ਹੈ ਨਾ। ਜੇ ਮੈਂ ਡਿਵਾਈਡ ਕਰ ਲਵਾਂ ਤੇ R0 ਮੇਰਾ ਕੈਨਸਲ ਹੋ ਜੂ। Yes, sir. ਸੋ ਇਹਨੂੰ ਡਿਵਾਈਡ ਕਰੋ, ਡਿਵਾਈਡ 1/2, ਡਿਵਾਈਡ 2/1 ਕਰ ਦੋ, ਡਿਵਾਈਡ 2/1 अपने को आ जाएगा R500 over 133 और आ डिवाइड करने टर्म मेरी कैंसिल ही हो जानी ते नाल टर्म आ गई 1 plus 0.0045 into 500 over आ गया 1 plus 0.0045 into 150। आ इक्वेशन सॉल्व कर लवा ते इच इको ही अननोन वेरिएबल R500 वो कैलकुलेट हो जू। Yes, sir. Yes, sir. Yes, sir. ਆਪਾਂ ਆਵਾਜ਼ ਸੁਣਨੀ ਸਾਰਿਆਂ ਦੀ। चल नेक्स्ट न्यूमेरिकल अपने को आ जाएगा 21st। ठीक है, 21st हैगा हीटिंग एलिमेंट ऑफ एन इलेक्ट्रिक टोस्टर इज ऑफ नाइक्रोम। इसे टाइप का बेटा न्यूमेरिकल है जो चलने। हीटिंग एलिमेंट इज ऑफ नाइक्रोम व्हेन a very small current passing through it at room temperature 27 degrees Celsius, its resistance is 75.3 ohm। 27 डिग्री सेल्सियस टेंपरेचर ते रेजिस्टेंस दस दी उन्हें बेटा। उस तो बाद उन्हें क्या, व्हेन टोस्टर इज कनेक्टेड टू 230 वोल्ट सप्लाई, मुड़ के टोस्टर उन्हें 230 वोल्ट दी मेन प्लग ते लाता। ठीक है, द करंट सेटल आफ्टर ए फ्यू सेकंड टू ए स्टेडी वैल्यू ऑफ 2.68 एम्पीयर। ਜਦੋਂ ਸ਼ੁਰੂ ਕੀਤਾ ਸੀ ਤੁਸੀਂ ਉਹਨੂੰ ਪਲੱਗ ਤੇ ਲਾਇਆ ਹੀ ਸੀਗਾ, ਠੀਕ ਹੈ, ਉਸ ਮੂਵਮੈਂਟ ਦੇ ਉਹਦੀ ਰੈਜ਼ਿਸਟੈਂਸ ਉਹਨੇ ਦੱਸੀ 75.3 ਓਮ ਸੀਗੀ ਤੇ ਟੈਂਪਰੇਚਰ ਉਹਦਾ 27 ਡਿਗਰੀ ਸੈਲਸੀਅਸ ਸੀ। ਹਜੇ ਠੰਡਾ ਹੀ ਆ ਟੋਸਟਰ। ਉਸ ਤੋਂ ਬਾਅਦ ਉਹਨੂੰ ਮੈਂ ਔਨ ਕਰ ਦਿੱਤਾ। ਜਦੋਂ ਔਨ ਕਰ ਦਿੱਤਾ ਤਾਂ 230 ਵੋਲਟ ਦੀ ਸਪਲਾਈ ਮਿਲੀ ਤੇ ਉਹਦਾ ਕਰੰਟ ਜਿਹੜਾ ਵਾ ਉਹ 2.68 ਐਂਪੀਅਰ ਤੇ ਸੈੱਟ ਹੋ ਗਿਆ। ਠੀਕ ਹੈ, what is the steady temperature of nichrome element? ਉਹ ਕਹਿੰਦਾ ਜੀ ਉਹ ਅਨਨੋਨ ਟੈਂਪਰੇਚਰ ਜਿੱਤੇ ਟੋਸਟਰ ਅਸੀਂ ਗਰਮ ਕੀਤਾ ਵਾ ਹਨਾ, ਉਹ ਅਨਨੋਨ ਟੈਂਪਰੇਚਰ ਕਿੰਨਾ। ਲਾਸਟ ਲਾਈਨ temperature coefficient of resistance of nichrome ਕਹਿੰਦਾ ਜੀ average over temperature range is 1.7 into 10 raised to power -4 per degree Celsius। ਇੱਕ ਚੀਜ਼ ਸਮਝਣ ਵਾਲੀ ਆ,
ਇਹਦੇ ਅੰਦਰ ਜਿਹੜੀ ਲਾਸਟ ਲਾਈਨ ਆ ਉਹ 'ਚ ਉਹਨੇ ਦੇਖੋ ਕੀ ਕਿਹਾ, ਟੈਂਪਰੇਚਰ ਕੋਐਫੀਸ਼ੀਐਂਟ ਆਫ ਰੈਜ਼ਿਸਟੈਂਸ ਆਫ ਨਾਈਕ੍ਰੋਮ ਓਵਰ ਐਵਰੇਜ ਟੈਂਪਰੇਚਰ ਰੇਂਜ। ਉੱਤੇ ਪਿਛਲੇ ਕੁਐਸਚਨ 'ਚ ਉਹਨੇ ਐਲਫਾ 0 ਡਿਗਰੀ ਸੈਲਸੀਅਸ ਤੇ ਡਿਫਾਈਨ ਕੀਤਾ ਸੀ, ਇਸ ਕੁਐਸਚਨ 'ਚ ਉਹਨੇ ਐਲਫਾ 0 डिग्री ਤੇ नहीं गिवन टेम्परेचर रेंज ने डिफाइंड। क्या आप फर्क समझ लग गया जो बोलिया मैं? Yes, sir. Yes, sir. एस सच अल्फा 0 डिग्री ते डिफाइंड है ना, तो मेरी पहली इक्वेशन का यूज आ जाता। पर जे मैनू अल्फा जेड़ा वा वो गिवन रेंज वास्ते डिफाइंड आ ते ਅਸੀਂ ਇਹ ਸੈਕਿੰਡ ਫਾਰਮੂਲਾ ਡਾਇਰੈਕਟ ਯੂਜ਼ ਕਰ ਸਕਦੇ। क्या ਇਹ ਗੱਲ ਸਮਝ ਲੱਗਦੀ ਪਈ? Yes, sir. Yes, sir. Yes, sir. ਇਹਨਾਂ ਦੋਨਾਂ ਫਾਰਮੂਲਾ 'ਚ ਇਹ ਧਿਆਨ ਰੱਖਣਾ ਪੈਣਾ ਕਿ ਕਦੋਂ ਦੋਨਾਂ 'ਚੋਂ ਕਿਹੜਾ ਫਾਰਮੂਲਾ ਲਾਣਾ। ਤੇ ਉਹਦੇ ਲਈ ਇੱਕ ਗੱਲ ਦੱਸਦਾ ਪਿਆ, ਜੇ ਅਲਫਾ 0 ਡਿਗਰੀ ਲਈ ਡਿਫਾਈਂਡ ਆ ਤੇ ਫਿਰ ਫਸਟ ਇਕੁਏਸ਼ਨ ਯੂਜ਼ ਜਾਂਦੀ, ਤੇ ਜੇ ਅਲਫਾ ਗਿਵਨ ਰੇਂਜ ਲਈ ਡਿਫਾਈਂਡ ਆ ਫਿਰ ਸੈਕਿੰਡ ਇਕੁਏਸ਼ਨ ਡਾਇਰੈਕਟ ਵੀ ਲੱਗ ਜਾਂਦੀ। ਕਿ ਇੰਨੀ ਗੱਲ ਸਮਝ ਲੱਗਦੀ ਪਈ? Yes, sir. Yes, sir. ਆਪਾਂ ਲਿਖ ਕੇ ਚੱਲੀਏ ਆਪਣੇ ਕੋਲ ਕੀ ਗਿਵਨ ਆ, ਥੋੜਾ ਜਲਦੀ ਕਰਾਂਗੇ। ਉਹਨੇ ਕਿਹਾ ਜੀ ਵਾਇਰ ਜਿਹੜੀ ਨਾਈਕ੍ਰੋਮ ਦੀ ਸੀ ਸਮਾਲ ਕਰੰਟ ਪਾਸ ਕੀਤਾ ਐਟ 27 ਡਿਗਰੀ ਸੈਲਸੀਅਸ, यानी अपने को T1 ਜਿਹੜਾ ਵਾ ਉਹ 27 डिग्री सेल्सियस मीन 300 केल्विन आ गया, ठीक है। और इस टेंपरेचर पे 27 डिग्री सेल्सियस पे इनो R27 लिख दो। ਇਹਦੀ रेजिस्टेंस गिवन ਆ 75.3 ओम। ਇਸ ਤੋਂ ਬਾਅਦ ਉਹਨੇ ਜਿਹੜੇ ਪਲੱਗ ਤੇ ਲਾਇਆ, ਠੀਕ ਹੈ, ਟੋਸਟਰ 230 ਵੋਲਟ ਦੇ ਸਪਲਾਈ ਆਈ, ਉਹਨੂੰ V ਆ ਗਿਆ ਤੇ ਕਰੰਟ ਦੀ ਵੈਲਿਊ 2.68 ਆ ਗਈ। ਇਹਦਾ मतलब ये हो गया कि दूसरा टेंपरेचर T2 मेरा अननोन है, नहीं पता कितना, पर इस वेले जेडे प्लग ते लाया उतो सप्लाई 230 वोल्ट और करंट दी वैल्यू, ठीक है, करंट दी वैल्यू ਤੁਹਾਡੇ ਕੋਲ आई है 2.68 एंपियर। ਤੇ ਬੱਚੇ ਇਸ V और I ਨਾ ਇਸ ਟੈਂਪਰੇਚਰ ਤੇ ਉਹਦੀ ਨਵੀਂ ਰੈਜ਼ਿਸਟੈਂਸ ਨਿਕਲ ਆਉਗੀ। Yes, sir. Yes, sir. Yes, sir. ਇਹਦਾ मतलब ਆਪਣੇ ਕੋਲ ਆ ਗਿਆ we know that resistance at T2 सिंबल उदे ही बना रहे हैं जिदा अपने वेरिएबल है कि resistance at T2 equal to V by I, यानी 230 over 2.68 जितनी वैल्यू आ गई ये मेरी नवी रेजिस्टेंस आ गई, ठीक है। अल्फा अपने क्वेश्चन से क्या बात है, अल्फा की वैल्यू अपने को सीधी 1.7 into 10 raised to power -4 पर डिग्री सेल्सियस अल्फा आ गया। ते अल्फा का फार्मूला ला दियो, we know that alpha equal to RT2 minus R27 over आ गया मेरे को R27 into आ गया T2 minus 27। क्या आगल क्लियर हुई? Yes, sir. Yes, sir. Yes, sir. ਹੁਣ ਇਹਦੇ ਵਿੱਚੋਂ ਜੇ ਆਪਾਂ ਚੱਲੀਏ ਤੇ ਆਪਣੇ ਕੋਲ ਇੱਥੇ ਵੈਲਿਊ ਆ ਗਈ 230 over 2.68 minus आ गया अपने को जरा 75.3, ठीक है जी, over आ गया 75.3 into T2 minus 27 ਤੇ अल्फा अपने को हैगा वा अल्फा ਦੀ ਵੈਲਿਊ ਪਤਾ ਤਾਂ ਇੱਕ ਅਨਨੋਨ ਵੇਰੀਏਬਲ T2 ਕੱਲਾ ਰਹਿ ਜਾਏਗਾ, ਉਹ ਕੈਲਕੂਲੇਟ ਆਪਾਂ ਕਰਨਾ ਹੋ ਜੂ। Yes, sir. Yes, sir. क्लियर है जी? Yes, sir. Yes, Yes, sir. ਹੁਣ ਕੁਝ ਕੁਐਸਚਨ ਇਹਦੇ ਨਾਲ ਰਿਲੇਟ ਕਰ ਰਹੇ ਹਾਂ, ਠੀਕ ਹੈ ਜੀ, ਜਿਹੜੇ ਤੁਸੀਂ ਟਰਾਈ ਕਰੋਗੇ। 22nd 23rd ਦੋ ਦੇ ਰਹੇ ਹਾਂ, 24th ਮੈਂ ਕਰ ਰਿਹਾ, 22nd ਤੇ 23rd ਉੱਪਰੋਂ ਬੋਲਿਆ ਵਾ ਤੁਹਾਨੂੰ 16 17 ਤੇ 18 ਤਿੰਨ ਕੁਐਸਚਨ ਉੱਪਰੋਂ ਦਿੱਤੇ ਆ ਤੇ ਦੋ ਕੁਐਸਚਨ ਇੱਥੋਂ ਦੇ ਰਿਹਾ 22nd ਤੇ 23rd ਦੋਨੋਂ ਇਸੇ ਨਾਲ ਰਿਲੇਟਡ ਆ ਬੇਟਾ। 24th ਇਸੇ ਦਾ ਕੁਐਸਚਨ ਉਹਨੇ ਅਗਲਾ ਕੀ ਕਿਹਾ, a heating element using nichrome connected to 115 volt supply draw a current of 1.6 ampere। ਹੁਣੀ ਗੱਲ ਕਰਕੇ ਹਟੇ ਹਾਂ, ਵੋਲਟੇਜ ਦੇਤੀ ਤੇ ਕਰੰਟ ਦੇਤਾ, ਇਹ ਤੋਂ ਕੀ ਨਿਕਲ ਆਣਾ Resistance. ਉਹਨੇ ਸ਼ੁਰੂ ਚ ਦੇਤੀ ਇਸ ਲਈ ਮੇਰੀ R1 ਬਣ ਜਾਣੀ ਹੈ। ਕਹਿੰਦਾ ਜੀ which settle after a few second to a steady value of 1.4 ampere। ਸ਼ੁਰੂ ਦੇ ਵਿੱਚ ਜਦੋਂ ਮੈਂ ਔਨ ਕੀਤਾ ਉਸ ਪਲੱਗ ਨੂੰ, ਠੀਕ ਹੈ, ਤੇ ਉਹਨੇ ਕਰੰਟ 1.6 ਐਂਪੀਅਰ ਲੈਤਾ। ਥੋੜੀ ਦੇਰ ਬਾਅਦ ਜਾ ਕੇ ਉਹ ਕਰੰਟ ਦੀ ਵੈਲਿਊ ਸੈੱਟ ਹੋ ਕੇ 1.4 ਐਂਪੀਅਰ ਆ ਗਈ, ਯਾਨੀ V ਉਹੀ ਆ, I1 ਤੇ I2 ਦੋ ਨਾਲ ਵੇਰੀਏਬਲ ਆ ਗਏ। ਇੰਨੀ ਗੱਲ ਸਮਝ ਲੱਗ ਰਹੀ?
Yes, sir. Yes, sir. Yes, sir. ठीक है अपने को जेड़ा क्वेश्चन की गिवन वेरिएबल आ गया न्यूमेरिकल आ गया अपना 24 एच बी अपने को आ गया बेटा 230 वोल्ट ठीक है जी और I1 ਤੇ I2 दो वेरिएबल आ गए I1 से का 1.6 एंपियर ਤੇ I2 आ गया मेरा 1.4 एंपियर ਇਹਦਾ मतलब R1 ਦੀ वैल्यू V/I1 ना 230 over 1.6 ਤੇ R2 ਦੀ वैल्यू ਮੇਰੇ ਕੋਲ 230 over 1.4 ना बन जाएगी क्या आ दोनों वेरिएबल क्लियर है Yes. Yes, sir. चल उस तो बाद उन्होंने कहा जी व्हाट इज द स्टेडी टेंपरेचर इफ रूम टेंपरेचर इज 30 यानी इनिशियल टेंपरेचर T1 अपने को 30 डिग्री सेल्सियस है T2 ਆਪਾਂ कैलकुलेट करना ठीक है ते लास्ट वर्ड उन्हें दे देते टेंपरेचर कोएफिशिएंट ऑफ रेजिस्टेंस ऑफ नाइक्रोम एवरेज ओवर द कहना जी टेंपरेचर रेंज ठीक है यानी अल्फा गिवन रेंज वास्ते आ ते जे अल्फा गिवन रेंज वास्ते आ ते अल्फा दा सेकंड फार्मूला डायरेक्ट पे लग जाएगा Yes, sir. अल्फा की वैल्यू 1.7 into 10 raised to power -4 per degree celsius अल्फा गिवन आ वोल्टेज कितनी ओके वोल्टेज 115 वोल्ट आ रही आप सही कर रही हो आप 115 के बना मैं पिछले क्वेश्चन वाली 1 पूरी कर ली थी ठीक है बच्चे मनन कर लेंगे हां जी ये तो अल्फा का फार्मूला सेम अपने को पुराने वाला लग जाना बेटा अल्फा इक्वल टू r2 r1 ओवर r1 into t2 t1 इना न्यूमेरिकल च इको ध्यान रखियो कैलकुलेशन में टाइम ले जाना बेटा इसलिए हर न्यूमेरिकल एक बार अपने हाथी प्रैक्टिस जरूर कर लियो क्या इतनी गल क्लियर है Yes, sir. Yes, sir. कोई डाउट है तो बोल दो एक बार कोई डाउट है बच्चे कि ना क्लियर है Clear है sir. चल Clear है, sir. तो टेस्ट के दिन क्या आया Sunday. संडे चलो जी नेक्स्ट न्यूमेरिकल है गए हो नेक्स्ट न्यूमेरिकल हैगा समझन वाला बस समझे ध्यान ना 25th दी स्टेटमेंट एक बारी पढ़ो देखो की क्या होने रेजिस्टिविटी ऑफ द मटेरियल ऑफ कंडक्टर ऑफ अ यूनिफॉर्म क्रॉस सेक्शन वेरी अलोंग इट्स लेंथ ठीक है यानी कुछ क्वेश्चन के अंदर नॉर्मली रेजिस्टिविटी ਅਸੀਂ कांस्टेंट लेंदे हैं बट उन्हें इस क्वेश्चन अपने को कंडीशन कहती कि जेडी ਤੁਹਾਡੇ ਕੋਲ ਵਾਇਰ ਗਿਵਨ ਆ ਡਿਜ਼ਾਇਰਡ ਲੈਂਥ ਦੀ ਉਹਦੇ ਅਕ੍ਰੋਸ ਉਹਦੀ ਰੈਜ਼ਿਸਟਿਵਿਟੀ ਵੇਰੀ ਕਰਦੀ ਹੈ ਉਹਦੇ ਲਈ ਕੀ ਕਹਿੰਦਾ ਤੁਹਾਡੇ ਕੋਲ resistivity of the material of conductor of a uniform cross section vary along its length as अगर resistivity ਦੀ वेरिएशन ਕਿਹੜੇ ਵੇ ਨਾਲ ਉਹ ਗਿਵਨ ਆ rho equal to rho naught into 1 plus alpha x गल ध्यान ਨਾਲ समझ लियो न्यूमेरिकल समझने वाला वा बेटा ठीक है resistivity इस रिलेशन ਦੇ अकॉर्डिंगली वेरी करदी आ ਉਹਨੇ ਕਿਹਾ find its resistance कटो if its length is L and cross sectional area is A यानी अपने को वायर की लेंथ ਜਿਹੜੀ ਆ let length of wire ਦੀ वैल्यू ਉਹਨੇ L ਲਿਆਤੀ ठीक है जी और वायर का एरिया ऑफ क्रॉस सेक्शन लेट एरिया ऑफ क्रॉस सेक्शन जेड़ा वा ओदी वैल्यू ओने a डिफाइन है क्या एनी गल समझ लगी पहलो Yes, sir. Yes, sir. उसने क्या कि भी रेजिस्टिविटी वायर दी कांस्टेंट नहीं बेटा मतलब तो ये हो गया कि जे आ मेरी एक वायर गिवन आ ठीक है इस वायर की लेंथ मेरे को n होगी इस वायर की टोटल लेंथ l होगी
ਤੇ ਜੇ ਮੇਰੇ ਕੋਲ ਐਸਾ ਜਿਹੜੀ ਅਸੀਂ ਇਥੋਂ ਚੱਲੀਏ ਕਿ ਆ ਇਹਦਾ 0 ਲੈਂਥ ਦਾ ਪੋਰਸ਼ਨ ਆ ਇਹਦਾ L ਮੀਟਰ ਬਣ ਜਾਣਾ, ਮਤਲਬ ਇਥੋਂ ਚੱਲ ਕੇ ਇੱਥੇ ਤੱਕ L ਮੀਟਰ, ਇਹਦੇ ਵਿੱਚੋਂ ਮੰਨ ਲਓ ਇੱਥੇ ਤੱਕ ਦੀ ਲੈਂਥ ਨੂੰ ਆਪਾਂ x ਮੰਨ ਲਈਏ, ਆ ਇਹਦਾ ਲਿਖ ਰਿਹਾ, ਇੱਥੇ ਤੱਕ ਦੀ ਲੈਂਥ ਨੂੰ ਮੰਨ ਲਓ x ਮੰਨ ਲਿਆ, ਤੇ ਇੱਥੇ ਤੱਕ ਪੋਰਸ਼ਨ ਦੀ ਰੈਜ਼ਿਸਟੈਂਸ ਜਿਹੜੀ ਹੋਏਗੀ ਉਹ ਬਣ ਜੂ ρ ਨਾਟ ਇਨਟੂ 1 ਐਲਫਾ x। ਜੇ x 0 ਹੋਏਗਾ, ਜੇ x 0 ਹੋਏਗਾ ਤੇ ਰੈਜ਼ਿਸਟਿਵਿਟੀ ρ ਨਾਟ ਦੇ ਬਰਾਬਰ ਹੋਏਗੀ। ਜੇ x ਦੀ ਵੈਲਿਊ ਮੇਰੇ ਕੋਲ ਇੱਥੇ ਜਿੱਦਾਂ ਜਿੱਦਾਂ ਚੇਂਜ ਹੁੰਦੀ ਜਾਏਗੀ, ਮਤਲਬ ਜਿੱਦਾਂ ਜਿੱਦਾਂ 0 ਸੈਂਟੀਮੀਟਰ ਤੋਂ ਤੁਸੀਂ ਵਾਇਰ ਤੇ ਮੂਵ ਕਰਦੇ ਜਾਓਗੇ, ਰੈਜ਼ਿਸਟਿਵਿਟੀ ਵਿਲ ਗੋਇੰਗ ਔਨ ਚੇਂਜਿੰਗ। x ਜਿੱਦਾਂ ਜਿੱਦਾਂ ਇਨਕਰੀਜ਼ ਕਰਦਾ ਜਾਏਗਾ है ना, ਉਦੋਂ ਉਦੋਂ ਰੈਜ਼ਿਸਟਿਵਿਟੀ ਚੇਂਜ ਹੋਣੀ ਹੈ। ਕੀ ਆ ਗੱਲ ਸਮਝ ਲੱਗੀ? Yes, sir. Yes, sir. Yes, sir. ਚਲ ਹੁਣ ਉਹਨੇ ਮੈਨੂੰ ਇਹ ਕਿਹਾ ਕਿ ਵੀ ਇਹਦੀ ਰੈਜ਼ਿਸਟਿਵਿਟੀ ਦੀ ਵੈਲਿਊ है ना, ਆਪਾਂ ਜਿਹੜੀ ਕੈਲਕੂਲੇਟ ਕਰਨੀ ਉਸ ਨੇ ਕੁਐਸਚਨ ਕਿਹਾ ਵਾ ਕਿ ਰੈਜ਼ਿਸਟਿਵਿਟੀ ਕਹਿੰਦਾ ਜੀ ਵੇਰੀ ਇੱਕ ਫਾਈਂਡ ਇਟਸ ਰੈਜ਼ਿਸਟੈਂਸ ਫਾਈਂਡ ਆਊਟ ਕਰੋ। ਤੇ ਪੁੱਤ ਇਹਨਾਂ ਵੇਰੀਏਬਲ ਦੀ ਫਾਰਮ ਚ ਜੇ ਮੈਂ ਰੈਜ਼ਿਸਟੈਂਸ ਲਿਖਣੀ ਹੋਵੇ, ਰੈਜ਼ਿਸਟੈਂਸ ਦਾ ਜਨਰਲ ਫਾਰਮੂਲਾ ਕੀ ਹੁੰਦਾ? Rho L upon A. rho L upon A है ना। ਹੁਣ ਐਸ ਸੱਚ ਆਪਾਂ ਜੇ ਇਹ ਲੈ ਲਈਏ ਕਿ ਤੁਸੀਂ ਵਾਇਰ ਦੇ ਕਿਸੇ ਇੱਕ ਐਸ ਵਾਲੇ ਐਜ ਤੇ ਹੋ, ਮੰਨ ਲਓ ਆਪਾਂ ਇੱਥੇ ਕਿਸੇ ਇੱਕ ਪੋਜੀਸ਼ਨ ਤੇ ਹਾਂ, ਠੀਕ ਆ, ਇੱਥੇ ਇੱਕ ਸਮਾਲ ਪਾਰਟ ਦੀ ਆਪਾਂ ਰੈਜ਼ਿਸਟੈਂਸ ਡਿਫਾਈਨ ਕਰ ਦਈਏ। ਜਨਰਲ ਫਾਰਮੂਲਾ ਆਹੀ ਲਿਖਿਆ ਬੱਚੇ, we know that resistance ਦਾ ਫਾਰਮੂਲਾ rho L by A ਹੀ ਆ, ਪਰ ਇਸ ਵੇਲੇ ਇਹਦੇ ਵਿੱਚ rho ਫਿਕਸ ਨਹੀਂ ਹੈਗਾ, rho ਚੇਂਜ ਹੁੰਦਾ ਪਿਆ। ਇਸ ਲਈ ਜੇ ਮੇਰੇ ਕੋਲ rho ਚੇਂਜ ਹੁੰਦਾ ਪਿਆ ਹੈ ਨਾ, ਇਹਦੇ ਵਿੱਚੋਂ ਨਾ ਤਾਂ ਮੇਰੇ ਕੋਲ ਏਰੀਆ ਚੇਂਜ ਹੋਣਾ, ਆ ਲੈਂਥ ਮੇਰੀ ਬਦਲਦੀ ਪਈ ਹੈ। ਜੇ ਮੈਂ ਟੋਟਲ ਲੈਂਥ ਲੈਣੀ ਆ, ਜੇ ਮੈਂ ਗਿਵਨ ਲੈਂਥ ਲੈਣੀ ਆ, ਆਪਾਂ ਇਹ ਕੰਸੀਡਰ ਕਰਨ ਲੱਗੇ ਕਿ ਜੇ ਮੈਂ ਵਾਇਰ ਦਾ ਇੱਕ ਸਮਾਲ ਪੋਰਸ਼ਨ ਲਵਾਂ, ਜੇ ਮੈਂ ਵਾਇਰ ਦਾ x ਡਿਸਟੈਂਸ ਤੇ ਜਾ ਕੇ x ਡਿਸਟੈਂਸ ਤੇ ਜਾ ਕੇ ਵਾਇਰ ਦਾ ਇੱਕ ਸਮਾਲ ਪਾਰਟ ਲਵਾਂ, ਆਪ ਤੋਂ ਸਮਝਣ ਵਾਲੀ ਚੀਜ਼ਾਂ ਨੇ, ਠੀਕ ਆ। ਇੱਥੇ ਇਹਦੀ ਲੈਂਥ ਜਿਹੜੀ ਆ ਆਪਾਂ ਸਮਾਲ ਪੋਰਸ਼ਨ ਦੀ dx ਰੱਖ ਦੀ, ਇਸ ਸਮਾਲ ਪੋਰਸ਼ਨ ਦੀ ਲੈਂਥ dx ਰੱਖ ਲਵਾਂ, ਠੀਕ ਹੈ, ਜਿਹੜਾ ਕਿ ਇਹਦੇ ਤੋਂ x ਡਿਸਟੈਂਸ ਦੂਰ ਜਾ ਕੇ ਲਿੱਤਾ ਪੁਆਇੰਟ ਆਪਾਂ ਹੈ ਨਾ, ਇੰਨੇ ਪੋਰਸ਼ਨ ਦੀ ਜਿਹੜੀ ਸਮਾਲ ਰੈਜ਼ਿਸਟੈਂਸ ਆਣੀ ਆ ਪਹਿਲਾਂ ਉਹ ਲਿਖ ਦਿਓ। क्या इन्हीं गल समझ लगती पई? Yes, sir. Yes, sir. यदि ਆਪਾਂ ਜੇ ਇਹਨੂੰ ਲਿਖੀਏ, ਆਪਾਂ ਇਹ ਰਿਲੇਸ਼ਨ ਇਦਾਂ ਦਵਾਂਗੇ ਕਿ ਜੇ ਸਮਾਲ ਲੈਂਥ ਲੈਣ ਲੱਗੇ ਹੋ, ਜੇ ਸਮਾਲ ਲੈਂਥ ਲੈਣ ਲੱਗੇ ਹੋ ਜਿਹੜੀ ਕਿ dx ਲੈਂਥ ਹੋਏਗੀ, ਉਹਦੀ ਰੈਜ਼ਿਸਟੈਂਸ ਲਿਖਣੀ ਹੋਵੇ rho dx a। ਵਾਇਰ ਦਾ ਕ੍ਰਾਸ ਸੈਕਸ਼ਨਲ ਏਰੀਆ ਨਹੀਂ ਚੇਂਜ ਹੋ ਰਿਹਾ, ਤਾਰ ਜਿਹੜੀ ਆ, ਵਾਇਰ ਜਿਹੜੀ ਆ, ਇਹਦੀ ਐਸਐਚ ਕ੍ਰਾਸ ਸੈਕਸ਼ਨ ਜਿਹੜਾ ਵਾ, ਮੋਟਾਈ ਇਹਦੀ ਹੈ ਨਾ, ਇਹ ਸਾਰੀ ਥਾਂ ਤੇ ਸੇਮ ਆ, ਏਰੀਆ ਕਿਤੇ ਨਹੀਂ ਬਦਲਦਾ ਪਿਆ। ਇੰਨੀ ਗੱਲ ਕਲੀਅਰ ਆ? Yes, sir. ਇੱਥੇ ਰੋ ਦੀ ਜਿਹੜੀ ਵੈਲਿਊ ਤੁਹਾਡੀ ਬਣਦੀ ਪਈ ਉਹ ਸਬਸਟੀਟਿਊਟ ਕਰੋ, देयरफॉर ਆਪਣੇ ਕੋਲ dr ਦੀ ਵੈਲਿਊ ਆ ਜਾਏਗੀ rho naught into 1 plus alpha x into dx over a। ਆ dr ਸੌਰੀ ਆ dr ਦੀ ਵੈਲਿਊ ਕਲੀਅਰ ਆ? Yes, sir. ਇੱਕ ਜਣਾ ਬੋਲਿਆ ਕਿ ਬਾਕੀ Yes, sir. Yes, sir. ਹੁਣ ਇਹ ਸਮਾਲ ਲੈਂਥ ਵਾਸਤੇ ਆਪਾਂ ਲਿਖਿਆ, ਤਾਂ ਇੱਕੋ ਚੀਜ਼ ਸਮਝ ਲਿਓ ਜਿਹੜੀ ਸਮਝਣ ਵਾਲੀ, ਇਹ ਸਮਾਲ ਲੈਂਥ ਕਿੱਥੋਂ ਲੈ ਕੇ ਕਿੱਥੇ ਤੱਕ ਹੋ ਸਕਦਾ? ਕਹਿੰਦਾ ਜੀ ਐਗਜ਼ੈਕਟ 0 ਐਂਡ ਤੋਂ ਲੈ ਕੇ ਇਸ L ਮੀਟਰ ਲੈਂਥ ਤੱਕ ਕਿਤੇ ਵੀ ਹੋ ਸਕਦਾ। ਇਹਦਾ ਮਤਲਬ ਜੇ ਆ dx ਲੈਂਥ ਦੀ ਰੈਜ਼ਿਸਟੈਂਸ ਆਈ ਆ, ਇਦਾਂ ਦੇ ਸਾਰੇ dx ਵਾਲੇ ਪਾਰਟ ਮੈਂ ਕੰਬਾਈਨ ਕਰਕੇ ਟੋਟਲ ਕੱਢਣਾ ਹੋਵੇ ਤੇ ਅਸੀਂ ਇਹਨੂੰ ਇੰਟੀਗ੍ਰੇਟ ਕਰਦਾ, यानी नेक्स्ट टाइम लिखा देता कहूंगा टू कैलकुलेट the resistance of whole wire of length L, ठीक है, we integrate equation 1 with limit। इस इक्वेशन ਨੂੰ ਇੰਟੀਗ੍ਰੇਟ ਕਰ ਦਿਓ ਲਿਮਿਟ ਲਗਾ ਕੇ, ਇੱਕ ਪਾਸੇ ਇੰਟੀਗ੍ਰੇਸ਼ਨ dr की आ गई, ठीक है, एक पासे इंटीग्रेशन में को dr की आ जाएगी, ठीक है जी, ਤੇ ਦੂਜੇ ਪਾਸੇ ਇੰਟੀਗ੍ਰੇਸ਼ਨ में को ਜਿਹੜੀ ਆ ਉਹ rho naught into 1 plus alpha x over a into dx। और ਇੱਥੇ ਲੈਂਥ ਤੇ ਲਿਮਿਟ ਆ,
ਲੈਂਥ ਦੀ ਵੈਲਿਊ ਸੀ 0 ਮੀਟਰ ਤੋਂ ਲੈ ਕੇ L ਮੀਟਰ ਤੇ ਜੇ ਲੈਂਥ ਮੇਰੀ 0 ਮੀਟਰ ਹੈ ਰੈਜ਼ਿਸਟੈਂਸ 0 ਤੇ ਮੈਕਸਿਮਮ ਰੈਜ਼ਿਸਟੈਂਸ R क्या इतनी गल क्लियर Yes. इधर इंटीग्रेट करिए dr ਦੀ इंटीग्रेशन ਤੇ R आ जाएगी इधरों रो नॉट ते A मेरा कांस्टेंट आ बाहर काट दियो ठीक है जी एक इंटीग्रेशन 1 dx की हो जानी ठीक है ਤੇ ਇੱਕ ਇੰਟੀਗ੍ਰੇਸ਼ਨ ਮੇਰੇ ਕੋਲ ਜਿਹੜੀ ਤੇ ਅਲਫਾ x ਅਲਫਾ ਕਾਂਸਟੈਂਟ ਆ ਇਥੋਂ ਬਾਹਰ ਕੱਢ ਲਾਂਗੇ ਤੇ ਇੱਥੇ ਇੰਟੀਗ੍ਰੇਸ਼ਨ x dx ਵੀ ਆ ਗਈ ਲਿਮਿਟ ਦੀ 0 to l क्या आ स्टेप क्लियर है सारे ਨੂੰ Yes, sir. Yes, sir. Yes, sir. Yes, sir. ਇਥੋਂ रो नॉट बाय a ਬਾਹਰ ਰੱਖ ਲਓ ਠੀਕ ਹੈ ਜੀ ਇੱਥੇ ਇੰਟੀਗ੍ਰੇਸ਼ਨ 1 ਦੀ ਕਰੂੰਗਾ ਤੇ x ਆਣੀ ਆ x ਦੀ ਲਿਮਿਟ l 0 यानी l आ जू क्या आ स्टेप क्लियर है खास करके मेडिकल वाले ਨੂੰ सर एक बार दसो ਇੱਥੇ 1 ਦੀ ਇੰਟੀਗ੍ਰੇਸ਼ਨ ਕਰਨੀ ਆ 1 ਦੀ ਇੰਟੀਗ੍ਰੇਸ਼ਨ x ਆ ਜੂਗੀ यस सर ਤੇ x ਦੀ ਥਾਂ ਤੇ ਲਿਮਿਟ l 0 ਭਰਨੀ ਆ ਤੇ ਉਹ l ਰਹਿ ਜੂ हाँ जी सर ਇੱਥੇ x ਪਾਵਰ ਵਧਣਾ ਇਸ ਮਤਲਬ ਇੱਥੇ ਪਾਵਰ ਰੂਲ ਲੱਗਿਆ ਜਿਹਦੇ ਅਕੋਰਡਿੰਗਲੀ ਇੱਕ ਪਾਵਰ ਵਿੱਚ ਪਲੱਸ ਤੇ ਨਵੀਂ ਪਾਵਰ ਨਾਲ ਡਿਵਾਈਡ ਯਾਨੀ ਅਲਫਾ x ਸਕੁਅਰ ਬਾਈ 2 ਆ ਜਾਏਗਾ ਕਲੀਅਰ ਹੈ Yes, Yes, sir. x ਦੀ ਨਾਲ ਇੱਕ ਵਾਰੀ l ਭਰਿਆ ਇੱਕ ਵਾਰੀ 0 ਯਾਨੀ l ਸਕੁਅਰ ਬਾਈ 2 ਆ ਜਾਣਾ ਸੋ ਇਹ ਤੋਂ ਜੇ ਇਸਨੂੰ ਲਿਖ ਲਈਏ ਤੇ ਆਪਣੇ ਕੋਲ ਆ ਗਿਆ ਰੂ ਨਾਟ ਬਾਈ a ਇਨਟੂ l ਪਲੱਸ ਅਲਫਾ ਇਨਟੂ l ਸਕੁਅਰ ਬਾਈ 2 यानी आ मेरे को एज सच कहना जी वैल्यू आ जो बहुत है सॉल्व करना ते l अपना और कॉमन आ सकदा क्या इतना क्लियर है Yes, sir. Yes, sir. इस न्यूमेरिकल दे स्टेप्स क्लियर है सारे नु यस सर Yes, sir. Yes, sir. Yes, sir.